बिस्मिल्लाहिर्रहमानिर्रहीम। मेरे दोस्तों भाइयों अस्सलाम वालेकुम। अच्छा एक मेहरबानी करनी है भाई, इसनू सब्सक्राइब भी करना और लाइक करना। ਤੁਸੀਂ ਸਾਨੂੰ 1 ਮਿਲੀਅਨ ਤੱਕ ਸਪੋਰਟ ਕਰੋ, ਅਸੀਂ ਇਨਸ਼ਾਅੱਲਾ ਤੁਹਾਡੇ ਨਾਲ ਆ। ਤੁਹਾਡੇ ਨਾਲ ਕੋਈ ਫਨੀ ਕਲਿੱਪ ਕੋਈ ਕਸਰ ਮਸਰਾ ਤੂੰ ਸੁਣਾ। ਹਾਂਜੀ ਰਾਣਾ ਸਾਹਿਬ ਤੁਸੀਂ ਵੀ ਕੋਈ ਗੱਲਬਾਤ ਕਰੋ। अस्सलाम वालेकुम जी सारे भरावां नूं दोस्तां नूं। हाँ भी रशद साहब राशद साहब आप बीती सुनावा कि जग बीती? नहीं जी आप बीती उसे जी मजा बीती दा कादा सुनना होता रोज चुगलियां करी। सही बात गल तां होंदी आप बीती आप नूं जिहड़ी बीती होवे। एक जनाब तुहानूं अपनी जवानी पहले दी गल सुनाईए भी असीं ना टैक्सटाइल च काम करदे सी मिल आई सी बस नेरी तरह आई थी वो चली गई कोई नहीं है कोई नहीं देखी अल्लाह वारसी में दी आज भी नेरी आई है यार तू कह रहा नहीं देखी बारिश भी हुई है वो जवानी आई थी नेरी तरह ते उवें चली गई ये गल कर रहे अच्छा ਉਹ ਤਾਂ ਸਾਨੂੰ ਇੱਕ ਬੰਦੇ ਨੇ ਦੱਸਿਆ ਵੀ ਗੱਲ ਇਹ ਵੀ ਬਜ਼ੁਰਗ ਕੋਈ ਜਾ ਰਿਹਾ ਤੇ ਸੋਟੀ ਉਹਦੇ ਹੱਥ 'ਚ ਉਹਨੂੰ ਜੀ ਸਰਕਾਰ ਮੇਰੀ ਕੋਈ ਚੰਗਾ ਜਣਾ ਸੀ ਜਵਾਨ ਬੰਦਾ ਉਹਨੇ ਕਿਹਾ ਬਾਬਾ ਜੀ ਇਹ ਤੈਨੂੰ ਤੀਰ ਕਮਾਨ ਕਿੱਥੋਂ ਮਿਲੀ ਹੈ समझ रहे हो? ਉਹ ਕਹਿਣ ਲੱਗਾ ਜਿਸ ਤਰ੍ਹਾਂ ਤੂੰ ਪੁੱਤਰ ਮੇਰੀ ਉਮਰ ਜਾਏਗਾ ਨਾ ਤੈਨੂੰ ਮੁਫਤੀ ਲੱਭ ਜੂਗੀ अच्छा फ्री लभ जी ਫ੍ਰੀ ਲੱਭ ਜੂਗੀ ਅੱਛਾ ਜੀ ਉਹ ਮੀਆਂ ਰਾਸ਼ਿਦ ਖਾਨ ਗੱਲ ਇਹ ਵੀ ਅਸੀਂ ਜਨਾਬ ਨੇ ਨਾ ਆਪਣੇ ਇਸ ਪਿੰਡ ਦੇ 15-16 ਬੰਦੇ ਹੋਈਏ ਮਿਲ ਚ ਮੇਲੇ ਚਲੇ ਗਏ ਧਾਗੇ ਵਾਲੀ ਮਿਲ ਚ ਕੰਮ ਕਰਦੇ ਸੀ ਮੁਜ਼ੱਫਰਗੜ੍ਹ ਵਾਲੀ ਸਾਈਡ ਤੇ ਹਾਂ ਉੱਥੇ ਜਨਾਬ ਅਸੀਂ ਮਿਲ ਚ ਲੱਗੇ ਤੇ ਅਸੀਂ 2 ਗਰੁੱਪ ਬਣਾਤੇ ਉੱਥੇ ਮੈਂ ਹੁਣ ਹੋਵਾਂ ਇਹਨਾਂ ਚ ਅਫਸਰ ਵਾਹ ਫੋਰਮੈਨ ਹੋ ਗਿਆ ਨਾ ਫੋਰਮੈਨ ਨਹੀਂ ਸੁਪਰਵਾਈਜ਼ਰ ਉਹਨੂੰ ਕਹਿੰਦੇ ਸੀ ਉਹ ਜੇ ਮਿਲ ਲੈਣ ਦੇ ਕਾਗਜ਼ਾਂ ਨੂੰ ਜਾਬਰ ਕਹਿੰਦੇ ਆ ਜਾਬਰ ਉਹ ਮਿਲ ਲੈਣ ਦੇ ਨਹੀਂ ਕੋਈ ਤਕਰੀਬਨ ਕੋਈ 10-15 ਬੰਦਿਆਂ ਤੇ ਕੰਟਰੋਲ ਕਰਨ ਵਾਲਾ ਹੁਣ ਮੇਰੇ ਕੋਲ ਬੰਦੇ ਸੀਗੇ ਜਨਾਬ ਇਹ 15-16 ਮੈਂ ਇਹਨਾਂ ਦੇ ਨਾਲ 2 ਪਾਰਟੀਆਂ ਬਣਾਤੀ ਕੁਆਟਰਾਂ ਚ ਲੈਦੇ 2 ਗਰੁੱਪ ਬਣਾਤੇ ਵੀ ਲੈ ਵੀ ਆਪਣਾ ਪਕਾਣਾ ਤੇ ਆਪਣਾ ਖਾਣਾ ਹਾਂਡੀ ਵਾਲੀ ਹੁੰਦੀ ਸੀ ਨਾ ਹਾਂਡੀ ਵਾਲੀ ਵੀ ਹੋ ਗਈ ਤੇ ਕੰਮ ਦਾ ਵੀ ਰਿਸ਼ਤੇਦਾਰ ਉਹ ਜਨਾਬ ਹੋਇਆ ਹੈ ਜੀ ਵੀ ਇੱਕ ਕੁਆਟਰ ਵਾਲਿਆਂ ਨੇ ਨਾ ਕੋਈ ਖਾਣ ਪੀਣ ਪਿੱਛੇ ਉਹਨਾਂ ਦਾ ਰੌਲਾ ਬਣ ਗਿਆ ਲੜਾਈ ਪੈ ਗਈ ਉਹਨਾਂ ਚੋਂ ਇੱਕ ਬੰਦਾ ਰੋਟੀਆਂ ਬਹੁਤੀਆਂ ਖਾਂਦਾ ਸੀ ਉਹ ਕਹਿ ਰਿਹਾ ਵੀ ਰੋਟੀਆਂ ਇਹ ਬਹੁਤੀਆਂ ਖਾਂਦਾ ਤੇ ਹਿੱਸਾ ਇਹ ਬਰਾਬਰ ਦਾ ਦਿੰਦਾ ਸਾਡੇ ਨਹੀਂ ਭਾਈ ਸਾਨੂੰ ਵਾਰੇ 'ਚ ਨਹੀਂ ਹੈ ਸਾਨੂੰ ਇਹ ਵਾਰੇ 'ਚ ਉਹਨਾਂ ਦੀ ਇਹੀ ਲੜਾਈ ਭਾਈ ਸ਼ੁਰੂ ਹੋਇਆ ਕਰੇ ਇੱਕ ਦਿਨ ਜਨਾਬ ਉਹਨਾਂ ਅਸੀਂ ਰਾਤ ਦੀ ਡਿਊਟੀ ਕਰਕੇ ਸੁੱਤੇ ਪਏ ਉਹ ਜਨਾਬ ਬੰਦਾ ਆਇਆ ਉਹਨੇ ਜਨਾਬ ਕੁੰਡਾ ਮੇਰਾ ਖੜਕਾਇਆ ਕੁਆਟਰ ਦਾ ਮੈਨੂੰ ਸੁੱਤੇ ਪੈਣ ਜੀ ਕਿਹਾ ਉਹਨੇ ਕਿਹਾ ਮਾਸਟਰ ਜੀ ਸਾਨੂੰ ਜਿਹੜਾ ਨਾ ਜੀ ਅੱਜ ਹੀ ਸਾਨੂੰ ਵੱਖਰੇ ਕਰੋ ਜੀ ਸਾਨੂੰ ਨਹੀਂ ਉਹ ਵਾਰੇ ਖਾਂਦਾ ਉਹ ਤਾਂ 5 ਸਿਰ ਆਟਾ ਗੁੰਦ 2.5 ਸਿਰ ਉਹ ਇਕੱਲਾ ਖਾਂਦਾ 2.5 ਸਿਰ ਜੀ ਬਾਕੀ ਬੰਦੇ ਖਾਂਦੇ ਅੱਛਾ ਮੈਂ ਸੋਚੀ ਪੈ ਗਿਆ ਵੀ ਲੈ ਵੀ ਇਹ ਤੇ ਚੰਗਾ ਜਾਬ ਨੂੰ ਪਏ ਖੈਰ ਮੈਂ ਕਿਹਾ ਚਲੋ ਕੁਝ ਕਰਦੇ ਆ ਦੂਸਰੇ ਕੁਆਟਰ 'ਚ ਇੱਕ ਬਜ਼ੁਰਗ ਟਾਈਪ ਦਾ ਬੰਦਾ ਸੀਗਾ ਨਾ ਤਾਂ ਨਹੀਂ ਮੈਂ ਉਧਰ ਲੈਣਾ ਪਸੰਦ ਕਰਦਾ ਮੈਂ ਕਿਹਾ ਵੀ ਉਹਨੂੰ ਭੇਜਦਾ ਉਹ ਮੀਆਂ ਤੁਹਾਨੂੰ ਨਾ ਫੈਸਲਾ ਕਰੇ ਵੰਡੇਗਾ ਤੁਹਾਡਾ ਸਾਰਾ ਫੈਸਲਾ ਕਰੇਗਾ ਲਓ ਜੀ ਉਸ ਬਾਬੇ ਨੇ ਜਨਾਬ ਹੁੱਕਾ ਨਾਲ ਫੜ ਲਿਆ ਮੈਂ ਵੀ ਜਨਾਬ ਉੱਥੇ ਬੈਠ ਗਿਆ ਤੇ ਉਹਨੂੰ ਕਿਹਾ ਵੀ ਇਹਨਾਂ ਦਾ ਫੈਸਲਾ ਕਰੋ ਉਹਨੇ ਕਿਹਾ ਜੀ ਫੈਸਲਾ ਕਿਹਾ ਇਹਨਾਂ ਦੇ ਜੋ ਸਮਾਨ ਇਹਨਾਂ ਅੱਜ ਹੀ ਇਹਨਾਂ ਨੂੰ ਲਹਿਦਾ ਕਰ ਦਿੰਦੇ ਹਿੱਸਾ ਪਾ ਦਿੰਦੇ ਉਹਨੇ ਕਿਹਾ ਲਿਆਓ ਬਈ ਆਪਣਾ ਸਮਾਨ ਆਪਣਾ ਸਮਾਨ ਲਿਆਓ ਤੇ ਸਾਨੂੰ ਭਾਈ ਵੱਖਰਾ ਕਰਾ ਉਹਨਾਂ ਨੇ ਕਿਹਾ ਠੀਕ ਆ ਜੀ ਸਾਨੂੰ ਕਰ ਵੱਖਰਾ ਉਹਨੇ ਜਨਾਬ ਸਾਰਾ ਸਮਾਨ ਜਿਹੜਾ ਖਾਣ ਪੀਣ ਦਾ ਕਢਾ ਲਿਆ ਉਹਨੇ ਕਿਹਾ ਪਹਿਲਾਂ ਲਿਆਓ ਮਿਰਚਾਂ ਆਈਆਂ ਉਹਦੀਆਂ ਜਨਾਬ ਦੇ ਲਈ 2 ਢੇਰੀਆਂ ਬਣਾਤੇ 2 ਗਰੁੱਪ ਬਣਾਤੇ ਨਾ ਫਿਰ ਉਹਨਾਂ ਬੰਦਿਆਂ ਦੇ ਹਾਂ ਉਹ ਅੱਧੋ ਵੱਧ ਮਿਰਚਾਂ ਦੀ ਢੇਰੀਆਂ ਕਰਤੀਆਂ ਜੀ ਫਿਰ ਨਮਕ ਦੀਆਂ ਵੀ ਇਸ ਤਰ੍ਹਾਂ ਚੀਨੀ ਪਿਆਜ਼ ਗਿਣੇ ਜਨਾਬ ਉਹਨੇ ਇਸ ਤਰ੍ਹਾਂ ਮਸਲਨ ਤੋਲਿਆ ਨਾ ਫੜ ਕੇ ਫੈਸਲਾ ਕਰਿਆ ਵੀ ਕੋਈ ਡੰਡੀ ਨਹੀਂ ਵੱਜਣ ਦੀ ਕਵਰ 'ਚ ਜਾਣਾ ਵੀ ਅੱਛਾ ਉਹਨੇ ਜਨਾਬ ਜਾਰੀ ਆ ਉਹਨੇ ਜਨਾਬ ਇਹ ਕਿਹਾ ਵੀ ਪਿਆਜ਼ ਗਿਣੋ ਬਈ ਉਹ ਪਿਆਜ਼ ਇੱਕ ਵੱਧ ਗਿਆ ਮਸਲਨ ਬਰਾਬਰ ਅੱਧੋ ਅੱਧ ਕਰਕੇ ਨਾ ਉਹਨੇ ਵਿੱਚੋਂ ਅੱਧੋ ਅੱਧ ਕਰ ਦਿਆ ਵੀ ਬਰਾਬਰ ਆਟੇ ਦੀ ਵੀ ਅੱਧੋ ਅੱਧ ਹਰ ਸ਼ੇ ਜਿਸ ਵੇਲੇ ਸਮਾਨ ਤੋਂ ਉਹਨੇ ਸਾਰਾ ਵੰਡਤਿਆ ਜੇ ਉਹ ਸੌਦਾ ਥਾ ਹੁਣ ਆ ਗਏ ਦੂਸਰੇ ਸਮਾਨ ਦੀ ਵਾਰੀ ਉਹ ਡੋਈ ਜਨਾਬ ਇਹਨੇ ਡੋਈ ਦਾ ਚੱਪੂ ਜਿਹਾ ਇੱਕ ਨੂੰ ਤੋੜ ਕੇ ਵੱਢ ਕੇ ਦੇ ਦਿੱਤੀ ਡੰਡੀ ਇੱਕ ਨੂੰ ਦੇਤੀ ਲੈ ਇੱਕ ਗਰੁੱਪ ਦੋਵੇਂ ਨੇ ਕੰਮ ਕਰ ਸਕਣ ਇੱਕ ਨੂੰ ਉਹ ਡੰਡੀ ਦੇਤੀ ਇੱਕ ਨੂੰ ਚੱਪੂ ਜਿਹਾ ਦੇ ਦਿੱਤਾ ਲੈ ਭਾਈ ਉਹ ਦੇਖੀ ਗਏ ਵੀ ਹੁਣ ਵੰਡ ਹੋ ਰਹੀ ਆ ਹੁਣ ਸਿਆਣਾ ਬੰਦਾ ਕਰ ਰਿਹਾ ਇਹ ਤਾਂ ਡੰਡੀ ਮਾਰ ਦਿੰਦੇ ਆ ਉਹਨੇ ਕਿਹਾ ਲਿਆਓ ਜੀ ਸਾਬਣ ਦਾ ਨਹੀਂ ਸੀ ਪਲਾਸਟਿਕ ਦੀ ਉਹਨੇ ਵਿੱਚੋਂ ਵੜਤੀ ਅੱਧੀ ਉਹਨੂੰ ਦੇਤੀ ਅੱਧੀ ਉਹਨੂੰ ਦੇਤੀ ਹੱਥ ਲੋਕ ਹੁਣ ਕੀ ਹੋਇਆ ਅੱਛਾ ਉਹ ਜਨਾਬ ਮੇਰੀ
ਇਸੇ ਤਰ੍ਹਾਂ ਜੇ ਵੜਦਾ ਚੱਲ ਇੱਕ ਗਿਆ। ਨੂੰ ਸਾਬਣਦਾਨੀ ਦੇ ਦਿੰਦਾ, ਇੱਕ ਨੂੰ ਡੋਈ ਦੇ ਦਿੰਦਾ, ਨਾ ਤਾਂ ਵੀ ਕੰਮ ਸੀ। ਨਹਾਉਣ ਵਾਲਾ ਸਾਬਣ ਸੀ, ਉਹਨੇ ਉਹ ਵੀ ਵਿੱਚੋਂ ਵੱਢਿਆ। ਉਹਨੇ ਕਿਹਾ ਮੈਂ ਤਾਂ ਫੈਸਲਾ ਕਰਨਾ ਖੁਦਾ ਹੀ, ਮੈਂ ਨਹੀਂ ਡੰਡੀ ਮਾਰਨੀ। ਅੱਛਾ, ਜਿਸ ਵੇਲੇ ਆਈ ਨਾ ਚੁੱਲ੍ਹੇ ਬੱਤੀਆਂ ਵਾਲੇ ਦੀ ਵਾਰੀ, ਉਹਨੇ ਕਿਹਾ ਜੀ ਭੰਨਣਾ। ਲੈ ਵੀ ਦੋਵੇਂ ਪਾਰਟੀ ਹੱਥ ਬੰਨ ਕੇ ਖੜ ਗਈ। ਉਹ ਜੀ ਮਹਿੰਗੀ ਆਈਟਮ। ਉਹਨੇ ਕਿਹਾ ਖੁਦਾ ਹੱਥ ਨਾ ਇਹਦੀ ਕੀਮਤ ਪਾ ਕੇ ਤੇ ਪੈਸੇ ਬਣਾ ਲਾ, ਸਾਡੀ ਤਾਂ ਹਰ ਚੀਜ਼ ਦੀ ਤਬਾਹੀ ਲਾ ਵੀ ਛਾਬੇ ਵੀ ਵੜਤੇ ਤੇ ਜਨਾਬ ਡੋਈ ਦਾ ਚੱਪੂ ਕਿਧਰੇ, ਡੰਡੀ ਕਿਧਰੇ। ਵੀ ਰੋਟੀ ਵੀ ਨਾ ਖਾ ਸਕਣ ਤੇ ਸਾਬਣ ਉਹਨੇ ਕਿਹਾ ਮੈਂ ਤਾਂ ਚੁੱਲ੍ਹਾ ਵੀ ਵੱਢਣਾ, ਅੱਧਾ ਇੱਕ ਨੂੰ ਦੇਣਾ, ਅੱਧਾ ਇੱਕ ਨੂੰ। ਉਹਨੇ ਤਾਲਿਓ ਵੀ ਸਾਡੀ ਨੀਂਦ ਹੀ ਤੁਸੀਂ ਖਰਾਬ ਕਰਦੀ, ਰੋਜ਼ ਵੰਡ ਵੰਡਈਆ। ਉਹਨੇ ਐਸਾ ਵੰਡ ਕਰਿਆ ਵੀ ਸਰਕਾਰ ਮੇਰੀ ਆਪਣੀ ਆਪਣੀ ਉਹਨੇ ਟੁੱਟੀਆਂ ਹੀ ਚਾਹੀਆਂ ਚੱਕੀਆਂ ਨਾ, ਉਹਨਾਂ ਦੀ ਕੰਮ ਚੱਲੀ। ਐਸਾ ਭਾਈ ਉਹਨੇ ਫੈਸਲਾ ਕਰਕੇ ਦਿਖਾਇਆ ਸੀ। ਵਾਹ ਜੀ ਰਾਣਾ ਸਾਹਿਬ, ਵਾਹ। ਮੈਂ ਤੇ ਕਮਜ਼ੋਰ ਬਹੁਤ ਅੱਛੀ ਗੱਲਬਾਤ ਸੁਣਾਈ। ਲਓ ਜੀ, ਲੈ, ਚਲੋ ਜੀ। ਅੱਛਾ, ਇੱਕ ਗਾਉਂ ਦੇ ਜੀ ਤੁਹਾਨੂੰ ਕਹਾਣੀ ਸੁਣਾਉਣ ਲੱਗੇ ਆ। ਅੱਲਾਹ ਪਾਕ ਜਿਹਦੇ ਚ ਅੱਲਾਹ ਤਾਲਾ ਤੋਂ ਮਾਫੀ ਮੰਗਣੀ ਚਾਹੀਦੀ ਹੈ, ਇਨਸਾਫ ਨਹੀਂ ਮੰਗਣਾ ਚਾਹੀਦਾ। ਗੱਲ ਸੁਣਾਓ, ਮਾਫੀ ਨਾ ਮੰਗਾਈ ਜਾਓ। ਹਰ ਵਕਤ ਮੰਗਦੇ ਆ ਵੱਡੀ ਸਰਕਾਰ। ਯਕੀਨ ਨਹੀਂ ਕਰ ਕੋਈ ਗੱਲ ਤੂੰ ਤਾਂ ਸੁਣਾ। ਸਾਨੂੰ ਡਰਾ ਕੇ ਨਾ ਸਾਡਾ ਤੁਹਾਡਾ ਅੱਧਾ ਖੂਨ ਤੋਂ ਸਾੜ ਦੇਣਾ। ਅੱਛਾ, ਦੋ ਭਰਾ ਹੋਏ ਜੀ ਇੱਕ ਗਾਉਂ ਚ। ਦੋ ਤੇ ਦੋਵੇਂ ਵਿਆਹੇ ਥੇ। ਇੱਕ ਦੇ ਕੋਲ ਇੱਕ ਬੇਟਾ ਤੇ ਦੂਸਰੇ ਕੋਲ ਦੋ ਨਹੀਂ ਬੇਟੇ। ਜੰਮਦੇ ਹੀ ਮਸਲ ਹੋਏ ਤੇ ਵਿਆਹ ਥੇ। ਨਹੀਂ ਮਸਲ ਵੀ ਜਵਾਨ ਹੋ ਕੇ ਵਿਆਹੇ ਗਏ ਨਾ। ਹੋ ਗਏ ਫਿਰ ਵਿਆਹੇ। ਵਿਆਹਣ ਤੋਂ ਬਾਅਦ ਇੱਕ ਕੋਲ ਵੱਡਾ ਸੀ ਦੋ ਬੇਟੇ, ਛੋਟੇ ਕੋਲ ਇੱਕ ਬੇਟਾ। ਅੱਛਾ, ਵਾਹ ਜੀ ਵਾਹ। ਉਸ ਤੋਂ ਬਾਅਦ ਹੀ ਬੜਾ ਆਪਣੇ ਬੱਚਿਆਂ ਨੂੰ ਲੈ ਕੇ ਨਾ ਹਾਂ, ਮੁਰੱਬੇ ਜਾਇਆ ਕਰਦਾ ਸੀ। ਛੋਟਾ ਜਿਹਾ ਬਿਲਕੁਲ ਛੋਟਾ ਸੀਗਾ, ਉਹਦਾ ਵੀ ਦਿਲ ਕਰਿਆ ਕਰਦਾ ਸੀ ਮੈਂ ਆਪਣੇ ਭਰਾਵਾਂ ਨਾਲ ਜਾਵਾਂ। ਅੱਛਾ, ਉਸ ਦਾ ਵਾਲਦ ਜੀ ਫੌਤ ਹੋ ਗਿਆ। ਹੁਣ ਉਹ ਭਰਜਾਈ ਤੇ ਉਹ ਬੱਚਾ, ਉਸ ਦਾ ਮਤਲਬ ਲਹਿਦਾ ਵਾਲੀ ਸਿਸਟਮ ਵੀ ਬੈਠਣ ਉੱਠਣ ਵਾਲੀ ਵੀ ਬੱਚੇ ਨੂੰ ਕਾਬੂ ਕਰਕੇ ਉਹ ਮਤਲਬ ਮੁਰੱਬੇ ਚ ਰਹੇ। ਜਿਉਂ ਥੋੜੇ ਜਿਹੇ ਤਕੜੇ ਇਤਨੀ ਦੇਰ ਚ ਇਤਲਾਹ ਆਪਣੇ ਕਿਸੇ ਬੰਦੇ ਨੂੰ ਨਾ ਜੀ ਕੱਲਾ ਨਹੀਂ ਛੱਡਦਾ। ਹਾਂ, ਇਹ ਗੱਲ ਨਹੀਂ। ਇਤਲਾਹ ਆ ਗਈ ਜੀ। ਜਿਸ ਟਾਈਮ ਨੌਕਰੀ ਵਾਲੇ ਨੂੰ, ਆਰਮੀ ਵਾਲੇ ਨੂੰ ਵੱਲਾ ਆਲਮ ਸਾਲ ਹੋ ਗਿਆ, 2-4 ਸਰਵਿਸ ਹੋ ਗਏ। ਉਧਰੋਂ ਸਰਕਾਰ ਮੇਰੀ ਇਤਲਾਹ ਆ ਗਈ, ਆਰਮੀ ਵਾਲੇ ਨੂੰ ਗੋਲੀ ਲੱਗ ਗਈ, ਉਹ ਸ਼ਹੀਦ ਹੋ ਗਏ। ਸ਼ਹੀਦ ਹੋ ਗਏ। ਸਾਰਾ ਟੱਬਰ ਮਰਾਊਗਾ। ਉਸ ਤੋਂ ਬਾਅਦ ਜੀ ਉਸ ਦੀ ਵਿਚਾਰੇ ਦੀ ਲਾਸ਼ ਆ ਗਈ, ਇਤਲਾਹ ਜੋ ਆ ਗਈ। ਉਸ ਤੋਂ ਬਾਅਦ ਜੀ ਜਨਾਜ਼ਾ ਵਗੈਰਾ ਹੋਇਆ, ਦਫਨਾਇਆ। ਉਹ ਲੋਕਾਂ ਨੇ ਬੜਾ ਅਫਸੋਸ ਵੀ ਯਾਰ ਛੋਟੀ ਉਮਰੇ ਇਹਨਾਂ ਦਾ ਭਤੀਜਾ ਵਿਚਾਰਾ ਕੋਈ ਲੈ ਗਿਆ, ਮਾਰ ਤੇ ਆ ਕੀ ਕਰਿਆ ਕੀ ਨਹੀਂ, ਉਹ ਨਹੀਂ ਅੱਜ ਤੇ ਆਇਆ। ਉਹ ਨਹੀਂ ਲੱਭਿਆ। ਤੇ ਹੁਣ ਜਵਾਨ ਗੱਭਰੂ ਇਹ ਵੀ ਆਰਮੀ ਦੇ ਵਿੱਚ, ਸਰਕਾਰ ਮੇਰੀ ਇਹ ਵੀ ਸ਼ਹੀਦ ਹੋ ਗਿਆ, ਮਸਲ ਆਪਣਾ ਨਾ ਫੌਤ ਹੋ ਗਿਆ। ਤੇ ਹੁਣ ਹਾਲਾਤ ਯਾਨੀ ਮਾੜੇ ਵਾਲੀ ਗੱਲਾਂ ਹੀ ਬਣ ਗਈਆਂ। ਘਰ ਦੇ ਵਿੱਚ ਇੱਕ ਦਫਾ ਕੁਦਰਤ ਅੱਲਾ ਮਾਫ ਕਰ, ਤਕਲੀਫ ਮੁਸੀਬਤ ਆ ਗਈ। ਖੈਰ ਜੀ ਉਹ ਉਸ ਦੇ ਕੁੱਲ ਅਗਲੇ ਦਿਨ ਕਰਾਏ ਨਾ ਜੀ, 2 ਦਿਨ ਬਾਅਦ ਕੁੱਲ ਕਰਾਇਆ ਕਰਦੇ ਸੀ। ਹੁਣ ਤਾਂ ਹਰ ਬੰਦੇ ਨੂੰ ਕਾਹਲੀ ਆ, ਅੱਜ ਫੌਤ ਹੋਇਆ ਅਗਲੇ ਦਿਨ ਕੁੱਲ, ਅੱਗੇ ਤੀਸਰੇ ਦਿਨ ਕੁੱਲ ਕਰਾਉਂਦੇ ਸੀ। ਜਦੋਂ ਤੀਸਰੇ ਦਿਨ ਕੁੱਲ ਕਰਾਤੇ ਨਾ ਜੀ, ਫਾਰਗ ਹੋਏ, ਆਇਆ ਗਿਆ, ਸਾਰੇ ਚਲੇ ਚੁਲੇ ਗਏ ਵਾਪਸ। ਪਿੰਡ ਵਾਲੇ ਵੀ ਉੱਠੇ। ਖੈਰ ਜਿਸ ਤਰ੍ਹਾਂ ਕਹਿੰਦੇ ਯਾਰ ਅੱਲਾ ਦਾ ਹੁਕਮ ਆ, ਮਰਜ਼ੀ ਰੱਬ ਦੀ, ਤੇ ਹੌਸਲਾ ਦਿੱਤਾ ਤੇ ਉਹ ਆਪਣੇ ਆਪਣੇ ਗਰਾਈ। ਉਸ ਤੋਂ ਅਗਲੇ ਦਿਨ ਮਾਸਟਰ ਜਿਹੜਾ ਮੁੰਡਾ ਜਾ ਰਿਹਾ ਆਪਣੇ ਸਕੂਲ 'ਚ ਪੜ੍ਹਾਉਣ ਵਾਸਤੇ, ਅੱਛਾ, ਉਹਦਾ ਰਸਤੇ 'ਚ ਐਕਸੀਡੈਂਟ ਹੋ ਗਿਆ। ਦੂਸਰੇ ਦਾ ਉਹ ਵੀ ਮਰ ਗਿਆ। 2 ਮਰ ਗਏ ਵੀ ਗਿਣਦਾ ਵੀ ਨਹੀਂ। ਦੋ ਹੀ ਸੀਗੇ, ਕਿਹੜਾ 50 ਉਹਨੂੰ ਸੀ। ਦੱਸ ਹਾਂ ਮਰ ਗਿਆ। ਹਾਂ ਜੀ। ਇਹਨਾਂ ਦਾ ਤਾਂ ਘਰ ਬਿੱਲਾ ਕਰਤਾ ਵੀ ਰਹਿਣਾ ਸੀ। ਸਫਾਇਆ ਹੀ ਹੋ ਗਿਆ ਸਮਝੋ ਉਹਦਾ ਮੌਕੇ ਤੇ। ਉਸ ਤੋਂ ਬਾਅਦ ਜੀ ਖੈਰ ਉਹਦਾ ਪਤਾ ਲੱਗਿਆ ਜੀ, ਲਾਸ਼ ਚੱਕੀ ਮੰਜੀ ਲੈ ਕੇ ਆ ਰਹੇ ਫਟਾਫਟ ਘਰ, ਤੇ ਹਾਲ ਦਵਾਈ ਪੈ ਗਈ, ਜਿੱਥੇ ਕਿਆਮਤ ਬਰਪਾ ਹੋ ਗਈ। ਸਾਰਾ ਪਿੰਡ ਇਕੱਠਾ ਤਾਂ ਸਾਰਾ ਪਿੰਡ ਇਕੱਠਾ ਹੋ ਗਿਆ ਵੀ ਯਾਰ 2 ਦਿਨ ਹੀ ਹੋਏ ਵਿਚਾਰੇ ਦਾ ਐਡਾ ਜਵਾਨ ਮੁੰਡਾ ਮਰਿਆ, ਆ ਦੂਸਰਾ ਫਿਰ ਜਵਾਨ ਸੀ ਗੱਭਰੂ, ਯਾਰ ਕਿਸੇ ਨਾਲ ਵਾਅਦਾ ਨਹੀਂ ਕਰਿਆ, ਤੇ ਮਸਲ ਉਹ ਵੀ ਮਰ ਗਿਆ। ਅਖੀਰ ਜੀ ਤੀਸਰੇ ਦਿਨ ਜਦੋਂ ਕੁੱਲ ਹੋਏ ਨਾ, ਬੜੀ ਬੜੀ ਦੁਨੀਆ ਦੇ ਬੜੇ ਬੜੇ ਦੂਰੋਂ ਲੋਕ ਇਕੱਠੇ ਵੀ ਯਾਰ ਇਸ ਚੌਧਰੀ ਦੇ 2 ਬੇਟੇ ਸੀ, ਵੀ ਦੋਵੇਂ ਜਵਾਨੀ 'ਚ ਆਪਣਾ ਫੌਤ ਹੋ ਗਏ। ਭਤੀਜਾ ਬਚਪਨ 'ਚ ਹੋ ਗਿਆ, ਬਾਪ ਆਪਣਾ ਭਰਾ ਇਹਦਾ ਪਹਿਲਾਂ ਫੌਤ ਹੋ ਗਿਆ ਸੀ। ਉਹਨੇ ਕਿਹਾ ਯਾਰ ਗੱਲ ਇਹ ਬੜੇ ਅਫਸੋਸ ਦੀ ਗੱਲ ਹੈ, ਇਹਨਾਂ ਦੇ ਵਿਚਾਰਿਆਂ ਦਾ ਬਹੁਤ
ਮੁਸੀਬਤ ਅੱਲਾ ਮਾਫ ਕਰੇ ਮੁਸੀਬਤ ਸਾਹਿਬ। ਹੀ ਅੱਲਾ ਮਾਫ਼ ਉਸ ਤੋਂ ਬਾਅਦ ਹੀ ਬੰਦੇ ਉੱਠ ਕੇ ਜਦੋਂ ਕੁਲਾਂ ਤੋਂ ਫਾਰਗ ਹੋਏ ਤੇ ਇਹੀ ਜਿਵੇਂ ਥੜਾ ਨਹੀਂ ਬਣਿਆ ਹੁੰਦਾ, ਹਾਂ ਘਰਾਂ ਦੇ ਅੱਗੇ ਅੱਗੇ ਥੜੇ ਬਣੇ ਹੁੰਦੇ ਸੀ, ਉਹ ਥੜੇ ਤੋਂ ਉਤਰ ਕੇ ਬੰਦੇ ਜਾਣ ਲੱਗੇ ਨਾ, ਅਖੀਰ ਉਸ ਬੰਦੇ ਕੋਲ ਬੱਚਿਆਂ ਦੇ ਬਾਪ ਕੋਲ ਨਹੀਂ ਰਿਹਾ ਗਿਆ। ਉਹ ਉੱਠ ਕੇ ਖੜਾ ਕਹਿੰਦਾ ਲੋਕੋ ਗੱਲ ਸੁਣੋ ਵੀ ਅੱਜ ਮੇਰੀ ਵੀ ਸੁਣ ਕੇ ਜਾਇਓ। ਤੇ ਤੁਸੀਂ ਸਰਕਾਰ ਮੇਰੀ ਨਾ ਆਪਣਾ ਇਹ ਸੁਣ ਕੇ ਗੱਲ ਜਾਇਓ ਵੀ ਇਹ ਜਿਹੜਾ ਕੁਝ ਹੋਇਆ ਨਾ, ਇਹ ਅੱਲਾਹ ਪਾਕ ਨੇ ਇਨਸਾਫ ਦਿਖਾਇਆ। ਅਸੀਂ ਸਰਕਾਰ ਮੇਰੀ ਆਪਣੇ ਭਤੀਜੇ ਨੂੰ ਚੁੱਭੇ ਸਾੜਿਆ ਸੀ, ਇਹ ਉਹ ਸਾੜਨ ਦੀ ਵਜ੍ਹਾ ਤੋਂ ਸਰਕਾਰ ਮੇਰੀ ਜੀ ਸਾਡੇ ਨਾਲ ਅੱਲਾਹ ਨੇ ਸਾਡੇ ਨਾਲ ਕਰੀ ਆ। ਤੇ ਭਰਜਾਈ ਜਿਹੜੀ ਬੈਠੀ ਆ, ਇਸ ਦੀਆਂ ਸਾਨੂੰ ਮਕਸਦ ਹਾਵਾਂ ਲੈ ਕੇ ਬਹਿ ਗਈ। ਉਹਨੇ ਕਿਹਾ ਅੱਜ ਸਰਕਾਰ ਮੇਰੀ ਇਹ ਆ ਵੀ ਅਸੀਂ ਮਰ ਗਏ, ਆ ਜ਼ਮੀਨ ਵੀ ਸਾਡੇ ਨਾਲ ਜ਼ਮੀਨ ਉੱਥੇ ਹੀ ਪਈ ਆ। ਲਾਲਚ ਪਿੱਛੇ ਆ ਕੇ ਗੱਲਬਾਤ ਹੋਈ, ਸਾਰਾ ਕੁਝ ਜਿਹੜੇ ਨੇ ਸਾਈ ਬਣਾ ਸੀ ਸਾਰੇ ਵਾਰੀ ਵਾਰੀ ਨਾਲ ਲੰਘ ਚਲੇ ਗਏ। ਇਸ ਤਰ੍ਹਾਂ ਕਰਕੇ ਜੀ ਵਕੂਆ ਬਣਿਆ ਵੀ ਦੇਖੋ ਘਰ ਦੇ ਵਿੱਚ ਕਿਸੇ ਨਾਲ ਜ਼ਿਆਦਤੀ ਕਰੀ, ਉਸ ਜ਼ਿਆਦਤੀ ਦਾ ਸਿਲਾ ਦੇਖ ਅੱਲਾਹ ਪਾਕ ਨੇ ਉਹਨੂੰ ਦਿਖਾਇਆ। ਇਸ ਦੁਨੀਆ 'ਚ ਦਿਖਾ ਦਿੰਦਾ ਸਮਝੇ ਤਾਂ ਬਿਲਕੁਲ। ਯਾਨੀ ਉਸ ਔਰਤ ਨੇ ਇਨਸਾਫ ਅੱਲਾਹ ਪਾਕ ਕੋਲ ਕਹਿੰਦੇ ਆ ਜਦੋਂ ਵੀ ਮੰਗੋ ਹਾਂ ਬਸ ਰਹਿਮ ਮੰਗੋ। ਰਹਿਮ ਮੰਗੋ। ਜੇ ਇਨਸਾਫ ਵਾਲੀ ਗੱਲ ਹੈ ਤਾਂ ਇਨਸਾਫ ਤਾਂ ਅੱਲਾਹ ਪਾਕ ਦਾ ਬਰਾਬਰ। ਬਿਲਕੁਲ ਇਸ ਤਰ੍ਹਾਂ ਕਰਕੇ ਹਾਂ, ਇਸ ਤਰ੍ਹਾਂ ਕਰਕੇ ਜੀ ਉਹ ਵਕੂਆ ਹੋਇਆ ਤੇ ਬੜਾ ਉਹਨਾਂ ਵਿਚਾਰਿਆਂ ਤੇ ਮਸਲਾ ਬਣਿਆ, ਉਹਨਾਂ ਦੀ ਗਲਤੀ ਜਿਹਨੂੰ ਸਜ਼ਾ ਮਿਲੀ। ਅੱਲਾਹ ਪਾਕ ਜੀ ਖੈਰ ਕਰੇ ਜੀ, ਹਰ ਬੰਦੇ ਦੀ ਨੀਅਤ ਠੀਕ ਰੱਖੇ। ਚਲੋ ਜੀ ਰਾਜੇ ਸਾਹਿਬ ਰਾਣਾ ਰਾਸ਼ਦ ਸਾਹਿਬ ਰਾਣਾ ਸ਼ਾਹਦ ਇਕਬਾਲ ਜੀ ਰਾਣੇ ਸਜਾਦ ਨੇ ਗੱਲ ਸੁਣਾਈ, ਬਹੁਤ ਸਬਕ ਅਮੋਸ। ਜਦੋਂ ਇਨਸਾਨ ਦੀਆਂ ਨੀਤਾਂ ਖਰਾਬ ਹੋ ਜਾਣ ਨਾ ਜੀ, ਮਾਫੀ ਦੇ ਦਰਮਿਆਨ ਚ ਕਰ ਸਾਡੀ ਤਾਂ ਗੱਲ ਹੀ ਨਹੀਂ ਜਾਣੀ। ਰਾਣਾ ਸਾਹਿਬ ਜਦੋਂ ਵੀ ਗੱਲ ਸੁਣਾਈ ਆ, ਪਾਏਦਾਰ ਮਹੀਨਾ ਹੋ ਗਿਆ 2 ਹੋ ਗਏ ਤੇ ਸਰਕਾਰ ਅੱਛੀ ਉਹ ਗੱਲ ਸੁਣਾਈ ਤੇ ਤੁਹਾਡੇ ਰੰਗੇ ਨੂੰ ਨਸੀਹਤ ਨੇ ਫੁੱਲ ਕਰਦੇ ਬਈ ਗੱਲ ਨਸੀਹਤ ਕਰੀਦੀ ਹੈ ਤਾਂ ਕਿ ਦੇਖਣ ਵਾਲੇ ਬੰਦੇ ਇਸ ਨੂੰ ਸਬਕ ਹਾਸਲ ਕਰਨ, ਖੁਸ਼ ਹੋਣ। ਚਲੋ ਰਾਜੂ ਭਾਈ ਸੁਣਾ ਕੋਈ ਗੱਲ ਬਈ। ਅੱਛਾ ਜੀ, ਗੱਲ ਤਾਂ ਮੈਂ ਕਿਹਾ ਜੀ ਰਾਣੇ ਸਜਾਦ ਨੇ ਬੜੀ ਅੱਛੀ ਸੁਣਾਈ ਹੈ। ਤਾਂ ਕੋਈ ਨਹੀਂ ਬਚਦੀ ਕਰਨ ਦੀ, ਪਰ ਮਜਬੂਰੀ ਹੈ ਵੀ ਕਰਨੀ ਪੈਣੀ ਆ, ਉਹ ਪੰਗਾ ਜੋ ਲੈ ਲਿਆ ਚਲਾਣੀ ਪੈਣੀ ਆ। ਨਾਲੇ ਹੁਣ ਵੀ ਬਹਿਣ ਨਹੀਂ ਦਿੰਦੇ ਬੰਦੇ, ਮੈਸੇਜ ਆਉਂਦੇ ਆ, ਕਮੈਂਟਸ ਆਉਂਦੇ ਆ, ਪਤਾ ਨਹੀਂ ਕਿਹੜੇ ਕਿਹੜੇ ਕਾਨੂੰਨ ਨੇ ਲੜ ਰਹੇ ਹਾਂ, ਕਾਨੂੰਨ ਨੇ ਲੜ ਰਹੇ, ਸਾਨੂੰ ਤਾਂ ਬੋਲੀ ਜਾਈਏ, ਖੁਸ਼ੀ ਆ ਨਾ ਲਹਿਰ। ਰਾਣਾ ਜੀ ਨਾ ਹਾਂ ਬਚਪਨ ਦੀ ਗੱਲ ਸੁਣਾਉਂਦੇ ਤੁਹਾਨੂੰ ਜੀ। ਹਾਂਜੀ, ਸਾਈਕਲਾਂ ਦਾ ਦੌਰ ਸੀ, ਹਾਏ ਹਾਏ ਹਾਏ, ਪੜਿਆ ਕਰਦੇ ਸੀ ਸਕੂਲ। ਉਦੋਂ ਸਾਈਕਲ ਦੀ ਰਾਣਾ ਸਾਹਿਬ ਦੌਰ ਸੀ, ਹੁਣ ਤਾਂ ਮੋਟਰਸਾਈਕਲਾਂ ਦੇ ਦੌਰ ਆ ਗਿਆ ਭਾਈ ਸਾਈਕਲ ਦਾ ਮੈਂ ਕਹਿੰਦਾ ਜਦੋਂ ਸਿੱਖਦੇ ਸੀ ਪਹਿਲਾਂ ਕੈਂਚੀ ਸਾਈਕਲ ਚਲਾਇਆ ਕਰਦੇ, ਕੈਂਚੀ ਨਾਲ ਪਾ ਕੇ ਤੇ ਵਿੱਚ ਉਹਨੂੰ ਕੈਂਚੀ ਕਿਹਾ ਕਰਦੇ, ਉੱਥੋਂ ਟ੍ਰੇਨਿੰਗ ਹੁੰਦੀ ਸੀ। ਯਾਦ ਕਰੋ ਮੈਂ ਵੀ ਬਿਲਕੁਲ ਠੀਕ ਕਹਿ ਰਹੇ। ਪਹਿਲਾਂ ਕੈਂਚੀ ਸਿੱਖੀ, ਫਿਰ ਦੂਆ ਸਿੱਖਿਆ। ਅੱਛਾ ਜੀ, ਅੱਛਾ ਹਾਂ ਜੀ, ਤੇ ਮੈਂ ਯਾਦ ਆ ਗਈ ਗੱਲ ਸਾਈਕਲ। ਬਗੈਰ ਪੰਗਾ। ਅੱਛਾ ਜਦੋਂ ਜਨਾਬ ਗਏ ਨਾ ਬਰਫ਼ ਚੌਕ ਤੇ ਬਰਫ਼ ਲੈਣ ਗਏ ਨਾ ਸਾਈਕਲ ਸਾਈਕਲ ਤੇ, ਛੁੱਟੀ ਹੋਈ ਸਕੂਲ ਚੋਂ, ਸਾਈਕਲ ਸਿੱਖ ਲਿਆ ਸੀ, ਘਰਦਿਆਂ ਨੇ ਕਿਹਾ ਜੀ ਬਰਫ਼ ਲਿਆ। ਕੈਂਚੀ ਚਲਾਉਂਦਾ ਸੀ ਕਿ ਦੂਸਰਾ ਸਿੱਧਾ ਚਲਾਉਂਦਾ ਸੀ। ਬਰਫ਼ ਲੈਣ ਗਿਆ ਜੀ, ਦੁਪਹਿਰ ਟਿਕਿਆ ਹੋਵੇ ਤੇ ਗਏ ਨਾ ਚੌਕ 'ਚ, ਦੇਖਿਆ ਤੇ ਗਾਰਡ ਰੋਡ ਵੱਲੋਂ ਨਾ ਇੱਕ ਪਠਾਨ ਨਾ ਪੈਂਚਰ ਹੋ ਗਿਆ ਕਿਧਰੇ ਸਾਈਕਲ। ਉਸ ਟਾਈਮ ਗਰਮੀ ਵੀ ਤੇ ਅੱਧਾ ਪੱਕੀ ਸੜਕ ਵੀ ਇਵੇਂ ਦੀ ਹੋਈ ਸੀਗੀ, ਬਸ ਕੱਚਿਆਂ ਵਰਗੀ ਧੁੱਦਲ ਹੋਇਆ ਤੇ ਨਾ ਇਤਨੀ ਗਰਮੀ ਪੈ ਰਹੀ, ਸਾਈਕਲ ਉਹਨੇ ਫੜਿਆ ਹੋਇਆ ਆ ਗਿਆ। ਉੱਥੇ ਜਨਾਬ ਨੇ ਇੱਕ ਦੁਕਾਨਦਾਰ ਸੀਗਾ, ਵਾਹ ਬੂੜਾ ਬੰਦਾ। ਅੱਛਾ, ਉਹ ਜਿਵੇਂ ਲਾਲਚ ਦੇ ਵਿੱਚ ਨਾ ਉਹਨੇ ਜਨਾਬ ਨੇ ਚਾਹ ਦਾ ਵੀ ਕੰਮ ਕਰਿਆ ਹੋਇਆ, ਪੈਂਚਰ ਲਾਉਣ ਦਾ ਵੀ ਕੰਮ ਕਰਿਆ ਹੋਇਆ, 2 ਕੰਮ ਇਕੱਠੇ, 3-4 ਕੰਮ ਕਰੇ, ਜਿਹੜਾ ਗਾਹਕ ਆਵੇ ਕੈਚ ਕਰ ਲਓ। ਅੱਛਾ ਅੱਛਾ, ਪਠਾਨ ਆਇਆ ਜੀ, ਉਸ ਵਕਤ ਗਾਹਕਾਂ ਦੀ ਵੀ ਕਮੀ ਸੀ, ਆਵਾਮ ਦੀ ਵੀ ਕਮੀ ਸੀ, ਬੜੇ ਘੱਟ ਸੀ, ਬਹੁਤ ਘੱਟ। ਕਾਰੋਬਾਰੀ ਬੰਦੇ ਸੀਗੇ ਨਾਲੇ। ਹੁਣ ਤਾਂ ਹਮਦੋਰਫਤੀ ਬਹੁਤ ਹੋ ਗਈ, ਹੁਣ ਤਾਂ ਗੱਡੀਆਂ ਨਹੀਂ ਮੁੱਕਦੀਆਂ। ਜਿਹੜਾ ਮੈਗਜ਼ੂਰਾ ਕਰ ਨਹੀਂ ਤਾਂ ਤਾਪੇ ਸਿਰ ਵਾਲਿਆ। ਉਹ ਜਨਾਬ ਨਾ ਨਾ ਚੌਕ 'ਚ ਦੇਖਿਆ ਤੇ ਗਾਰਡ ਰੋਡ ਵੱਲੋਂ ਨਾ ਇੱਕ ਪਠਾਨ ਨਾ ਪੈਂਚਰ ਹੋ ਗਿਆ ਕਿਧਰੇ ਸਾਈਕਲ। ਉਸ ਟਾਈਮ ਗਰਮੀ ਵੀ ਤੇ ਅੱਧਾ ਪੱਕੀ ਸੜਕ ਵੀ ਇਵੇਂ ਦੀ ਹੋਈ ਸੀਗੀ,
ਬਸ ਕੱਚਿਆਂ ਵਰਗੀ ਧੁੱਦਲ ਹੋਇਆ ਤੇ ਨਾ ਇਤਨੀ ਗਰਮੀ ਪੈ ਰਹੀ, ਸਾਈਕਲ ਉਹਨੇ ਫੜਿਆ ਹੋਇਆ ਆ ਗਿਆ। ਉੱਥੇ ਜਨਾਬ ਨੇ ਇੱਕ ਦੁਕਾਨਦਾਰ ਸੀਗਾ, ਵਾਹ ਬੂੜਾ ਬੰਦਾ। ਅੱਛਾ ਉਹ ਜਿਵੇਂ ਲਾਲਚ ਦੇ ਵਿੱਚ ਨਾ ਉਹਨੇ ਜਨਾਬ ਨੇ ਚਾਹ ਦਾ ਵੀ ਕੰਮ ਕਰਿਆ ਹੋਇਆ, ਪੈਂਚਰ ਲਾਉਣ ਦਾ ਵੀ ਕੰਮ ਕਰਿਆ ਹੋਇਆ, 2 ਕੰਮ ਇਕੱਠੇ। 3-4 ਕੰਮ ਕਰੇ, ਜਿਹੜਾ ਗਾਹਕ ਆਵੇ ਕੈਚ ਕਰ ਲਓ। ਅੱਛਾ ਅੱਛਾ। ਪਠਾਨ ਆਇਆ ਜੀ, ਉਸ ਵਕਤ ਗਾਹਕਾਂ ਦੀ ਵੀ ਕਮੀ ਸੀ, ਆਵਾਮ ਦੀ ਵੀ ਕਮੀ ਸੀ, ਬੜੇ ਘੱਟ ਸੀ, ਬਹੁਤ ਘੱਟ। ਕਾਰੋਬਾਰੀ ਬੰਦੇ ਸੀਗੇ ਨਾਲੇ। ਹੁਣ ਤਾਂ ਆਮਦੋਰਫਤੀ ਬਹੁਤ ਹੋ ਗਈ, ਹੁਣ ਤਾਂ ਗੱਡੀਆਂ ਨਹੀਂ ਮੁੱਕਦੀਆਂ। ਹਾਂ ਜਿਹੜਾ ਮੈਗਜ਼ੂਰਾ ਕਰ ਲਾ ਨਹੀਂ ਤਾਂ ਤਾਬੇ ਸਿਰ ਵਾਲਿਆ। ਉਹ ਜਨਾਬ ਨਾ ਹਾਂ ਇੱਥੇ ਕਰ ਲੋ ਵਿਚਾਰੇ। ਅੱਛਾ ਢੇਰ ਤੇ ਆ ਗਿਆ। ਜੀ ਜਰਾ ਇੱਥੇ ਠੀਕ ਹੈ ਫੜ ਕੇ। ਉਹ ਜਨਾਬ ਨਾ ਪਠਾਨ ਨੂੰ ਨਾ ਜੀ ਉਹ ਦੁਕਾਨਦਾਰ ਨੇ ਪੁੱਛਿਆ ਵੀ ਖਾਨ ਸਾਹਿਬ ਪੈਂਚਰ ਲਗਵਾਉਣਾ ਹੈ? ਅੱਛਾ ਉਹਨੇ ਕਿ ਜੀ ਪੈਂਚਰ ਹੋ ਗਿਆ, ਲਗਵਾਉਣਾ ਹੈ। ਉਹਨੇ ਕਿਹਾ ਆ ਜਾ ਇੱਧਰ ਮੈਦਾਨ। ਸਹੀ ਹੈ। ਉਹਨੇ ਜਨਾਬ ਆਪਣੀ ਛੁਰੀ ਕੁਹਾੜੀਆਂ ਚੱਕੀਆਂ, ਟੂਬ ਖੋਲਣੀ ਆਵੇ ਟਾਇਰ ਖੋਲਿਆ ਕਿ ਟੂਬ ਕੱਢੀ? ਟਾਇਰ ਚ ਟੂਬ ਕੱਢ ਲਈ। ਚਲ ਯਾਰ ਕਿਸ ਤਰ੍ਹਾਂ ਕਰਨਾ ਕਰ ਦਿਆ ਕਰ, ਕਈ ਨਹੀਂ ਲੜਾਇਆ ਕਰ। ਚਲੋ ਠੀਕ ਹੈ। ਉਹ ਜਨਾਬ ਨੇ ਛੁਰੀ ਕੁਹਾੜੀਆਂ ਕੱਢੀਆਂ, ਟੂਬ ਖੋਲੀ, ਪਰ ਬਹੁਤ ਔਖੇ ਹੋ ਗਏ ਖੋਲੀ ਟੂਬ। ਚਲੋ ਉਧਰੋਂ ਇੱਕ ਗਾਹਕ ਜਦੋਂ ਟੂਬ ਕਿਉਂਕਿ ਅਨਟ੍ਰੇਨਡ ਬੰਦਾ ਸੀ। ਇੱਕ ਬੰਦਾ ਆ ਗਿਆ ਜੀ, ਕਹਿ ਰਿਹਾ ਜੀ ਚਾਹ ਦਾ ਕੱਪ ਲੈ। ਹੁਣ ਬਾਬੇ ਨੇ ਚਾਹ ਰੱਖ ਲਈ। ਉਹ ਤਾਂ ਮੈਂ ਕਿਹਾ ਚੁੱਲ੍ਹੇ ਵੀ ਉਹ ਦੂਵੇ ਹੁੰਦੇ ਸੀ, ਸਟੋਪ ਉਹ ਫੂਕ ਵਾਲੇ। ਉਹ ਜਨਾਬ ਨੇ ਜਦੋਂ ਚਾਹ ਰੱਖੀ ਨਾ, ਉਧਰੋਂ ਟੂਬ ਕੱਢ ਲਈ। ਖਾਨ ਹੇਠਾਂ ਬੈਠ ਗਿਆ, ਲੱਤਾਂ ਉਹਨੇ ਖਿਲਾਰ ਲਈਆਂ, ਟੂਬ ਉਹਦੇ ਵਿੱਚ ਹੋਵੇ। ਹੁਣ ਉਹਨੇ ਬਾਬੇ ਨੇ ਇਹ ਵੀ ਗੱਲ ਸੁਣ ਲਾ ਖਾਨ, ਮੇਰਾ ਚਾਹ ਲੈ ਵੀ ਧਿਆਨ, ਮੈਂ ਹਵਾ ਭਰਦਾ, ਜਦੋਂ ਹਵਾ ਜਾਵੇ ਨਾ ਭਰ, ਤੂੰ ਮੈਨੂੰ ਇਤਲਾਹ ਦੇ ਦੇਣੀ ਹੈ ਕਿ ਮੈਂ ਧਿਆਨ ਚਾਹ ਲੈ ਰੱਖਿਆ ਹੋ ਜਾਵੇ। ਉਹ ਮੀਆਂ ਜੀ ਨਾ ਦੁਕਾਨਦਾਰ ਨੇ ਕੱਪੜਾ ਲੈ ਲਿਆ, ਮੂੰਹ ਜੋ ਲੱਗਿਆ ਨਾ ਉਹ ਪੰਪ ਮਾਰਨ। ਪੁਰਾਣੇ ਵੇਲੇ ਦੀ ਗੱਲ ਆ। ਤਾਂ ਚਾਹ ਹਾਲਤਾ ਵੀ ਉਬਲੇ ਨਾ। ਉਧਰੋਂ ਗਰਮੀ ਦੇ ਵਿੱਚ ਜਨਾਬ ਨਾ ਬੁਰਾ ਹਾਲ ਹੋਇਆ ਸੀ ਪਠਾਨ ਦਾ। ਉਹ ਪਠਾਨ ਨੇ ਜੋ ਦੇਖਿਆ ਨਾ ਵੀ ਹਵਾ ਪੂਰੀ ਹੋ ਗਈ, ਮੂੰਹ ਚੋਂ ਲਫ਼ਜ਼ ਕੋਈ ਨਾ ਨਿਕਲਿਆ, ਇੰਜ ਲੱਤ ਹੱਥ ਚੱਕਦਾ ਗਿਆ। ਅੱਛਾ ਇੱਕੇ ਸਾਹ ਹੀ ਲੈ ਤੂੰ ਕੀ ਭੈ ਜੋ। ਇਹਨੇ ਮੇਰੇ ਕੋਲ ਗੱਠੇ ਗੁੱਠੇ ਖਾਏ ਹੋਏ ਆ ਜੀ। ਨਹੀਂ ਰਸੜਾ ਹੈ ਤੇ ਕੱਢ ਰਿਹਾ ਅੱਲਾ ਜਾਨ। ਕੀ ਖਾਇਆ? ਇੱਕੇ ਯਾਰੀ ਜੋ ਨਾ ਜੀ ਅੱਛਾ ਠਾ ਹੋਈ ਨਾ, ਟੂਬ ਫਟੀ। दुकानदार ने चला ना नुकसान हो गया भाई। पठान ने कहा वो तुम्हारा बेड़ा गर्क हो, ये तुमने क्या कर दिया, हमारा टूब फट गया, हमारा ये कर दिया, वो कर दिया। दुकानदार सी, कारोबारी बंदा सी, उन्होंने कहा भी जे मैं पठान दे अंडर प्रेशर आ गया ना, इधर टूब दे 14 अन्ने ठोक जने, मैंने 14 रुपये दी टूब सी बड़े रुपये सी। अगर बात सुन ले खान साहब मेरी, ज्यादा बकवास करने की जरूरत नहीं। तेरी टूब गई, मेरी मजदूरी पठान की गल समझ आ गई। पठान ने भाई अपना साइकिल च सिक्का गाली च पाया, चक्का हाथ च फड़िया, लगी गई उबल गई। ਕੰਮ ਚੋਰ ਜਿਹਾ ਸੀਗਾ ਰਾਸ਼ਦ, ਘਰ ਦੇ ਕੰਮ ਕਰਨ ਨੂੰ ਐਵੇਂ ਜਾਨ ਛਡਾਉਂਦਾ ਸੀ। ਉਹ ਮੇਰਾ ਭਰਾ ਲੱਗਿਆ ਕਹਿਣ ਵੀ ਉਹ ਮੈਂ ਹੀ ਨਹੀਂ ਇਕੱਲੇ ਨੇ ਇਹ ਸਾਰਾ ਟੱਬਰ ਸਾਂਭਣਾ, ਵੀ ਇਹਨੂੰ ਵੀ ਨਾਲ ਕੰਮ ਤੇ ਭੇਜਿਆ ਕਰੋ। ਉਹਨੇ ਕਿਹਾ ਅੱਜ ਨਹਿਰ ਦੀ ਵਾਰੀ, ਰਾਤ ਨੂੰ ਸਿਆਲੇ ਦਾ ਮੌਸਮ ਹੋਵੇ, ਨਹਿਰ ਦੀ ਵਾਰੀ ਨਹੀਂ, ਵੀ ਇਹਨੂੰ ਵੀ ਨਾਲ ਭੇਜਿਆ ਕਰੋ। ਮੈਂ ਕਿਹਾ ਵੀ ਮੈਂ ਇਸ ਸਿਰ ਤੇ ਜਾਣਾ ਵੀ ਸਣੇ ਰਜਾਈ ਮੈਂ ਤਾਂ ਜਾਊਂਗਾ, ਵੀ ਆਪਣੀ ਰਜਾਈ ਲਿਜਾਊਂਗਾ ਨਾਲ। ਉਹਨੇ ਕਿਹਾ ਭਾਵੇਂ ਰਜਾਈ ਜਿਹੜਾ ਬਿਸਤਰਾ ਸਾਰਾ ਜਾ ਕੇ ਮੇਰੇ ਨਾਲ ਚੱਲ ਮਰ। ਉਹਨੇ ਕਿਹਾ ਭਾਵੇਂ ਮੀਰ ਆਲਮਾ ਤੇਰਾ ਰਜਾਈਆਂ ਦੋ ਲੈ ਲਾ ਨਾਲ ਚੱਲ ਕੰਮ ਕਰਨਾ। ਲੈ ਰਾਸ਼ਿਦ ਭਾਈ ਮੈਂ ਉਹ ਰਜਾਈ ਜਰਾਬ ਭੇਜ ਕੇ ਨਾਲ ਟੁਰ ਪਿਆ। 32 ਉਧਰ ਲੈਂਟਨ ਦਾ ਦੌਰ ਸੀ, ਉਹ ਲੈਂਟਨ ਚਾਨਣ ਵਾਸਤੇ। ਹੁਣ ਮੀਆਂ ਮੈਂ ਰਜਾਈ ਵੀ ਉੱਤੇ ਲਈ ਹੋਈ ਤੇ ਲੈਂਟਨ ਫੜੀ ਹੋਈ ਆ, ਜਿਹੜਾ ਖਾਲਾ ਨਾ ਆਪਣਾ ਪਿਛਲਾ, ਇਸ ਤੇ ਜਨਾਬ ਹੁਣ ਫੇਰਾ ਮਾਰ ਕੇ ਜਾ ਰਹੇ ਆਪਣੇ ਮਰ। ਪਤਾ ਸਜਾਦ ਮੀਆਂ ਉਸ ਟਾਈਮ ਲੱਗਿਆ, ਮੈਨੂੰ ਜੇ ਥੁੜ ਗਿਆ ਪੈਰ, ਮਾਤਾ ਸਣੇ ਰਜਾਈ ਖਾਲੇ ਦੇ ਨਾ ਮੈਂ ਨਿਕਲਦੇ ਨਾ ਰਜਾਈ ਮੇਰੇ ਕੋਲ ਭਾਰੀ ਹੋ ਗਈ। ਬੋਲੋ
कह रहा मैं तो छड्डदा मैनू रजाई नहीं छड्डदी ਉਹ ਉਹਨੂੰ ਛਬਲ ਕਰਕੇ ਸੁਣਨ ਕਿ ਕਿਆ ਹੋਇਆ ਮੈਂ ਕਿਹਾ ਬਸ ਜਿਹੜੀ ਸ਼ਾਇਦ ਡਰ ਸੀ ਉਹੀ ਹੋਇਆ ਤਾਂ ਹੀ ਕਰਦਾ ਨਹੀਂ ਸੀ ਉਹਨੇ ਕਿਹਾ ਵੀ ਤੂੰ ਰਜਾਈ ਵੀ ਤੂੰ ਗੁੱਸੇ 'ਚ ਆ ਗਿਆ ਵੀ ਹੁਣ ਤੈਨੂੰ ਚੱਕਾ ਕਿ ਰਜਾਈ ਨਹੀਂ ਚੱਕਾ ਕਿਆ ਚੱਕਾ ਉਹ ਰਜਾਈ ਭਾਈ ਉੱਥੇ ਰੁੱਖ ਤੇ ਸਿੱਟੀ ਸਿੱਟ ਕੇ ਤੇ ਜਨਾਬ ਇਹ ਠਰਦਾ ਠਰਦਾ ਆਪਣਾ ਭੇਜ ਗਿਆ ਘਰ ਨੂੰ ਆ ਗਿਆ ਬਈ ਅਗਲੇ ਦਿਨ ਜਾ ਕੇ ਰਜਾਈ ਚੱਕੀ ਅਗਲੇ ਦਿਨ ਬੁਖਾਰ ਚੜ ਹਾਂ ਗਿਆ ਇਸ ਤਰ੍ਹਾਂ ਮੈਨੂੰ ਵੀ ਸ਼ੌਕ ਬਣਿਆ ਸੀ ਉਹਦੇ ਨਾਲ ਜਾਣ ਦਾ ਅੱਛਾ ਜੀ, ਦੋ ਭਾਈ ਸੀਗੇ ਜੀ। ਹਾਂ ਦੋ ਭਾਈ ਸੀਗੇ ਜੀ, ਉਹਨਾਂ ਦੇ ਬੜੇ ਦੇ ਭਾਈ ਜ਼ਿਮੀਦਾਰਾਂ ਕਰਿਆ ਕਰਦਾ ਸੀਗਾ, ਛੋਟਾ ਵੀ ਜਾਇਆ ਕਰਦਾ ਸੀ ਰੋਟੀ ਪਾਣੀ ਦੇਣ। ਲੇਕਿਨ ਹੈ ਛੋਟਾ ਸੀ। ਨਹੀਂ ਭਾਈ। ਫਿਰ ਉਸ ਤੋਂ ਬਾਅਦ ਐਸਾ ਹੋਇਆ ਛੋਟਾ ਭਾਈ ਫੌਤ ਹੋ ਗਿਆ, ਹਾਂ ਉਸ ਕੋਲ ਇੱਕੋ ਹੀ ਬੇਟਾ ਸੀ। ਅੱਛਾ ਬੜੇ ਕੋਲ ਦੋ ਬੇਟੇ ਸੀ, ਠੀਕ 2 ਮਰਬੇ ਜ਼ਮੀਨ ਰਕਬਾ ਸੀ ਉਹਨਾਂ ਦਾ, ਹਾਂ ਚੰਗੇ ਮਸਲ ਖਾਂਦੇ ਪੀਂਦੇ ਸੀ। ਚੰਗੇ ਉਸ ਖੰਦੇ ਤੋਂ ਪੀਂਦੇ ਬਾਅਦ ਕਰਦੇ ਸੀ ਹਾਂ ਉਸ ਤੋਂ ਬਾਅਦ ਜੋ ਛੋਟਾ ਬੱਚਾ ਨਾ, ਜਿਸ ਵਕਤ ਬੜੇ ਬੱਚੇ ਜਾਇਆ ਕਰਨ ਨਾ ਵਾਲਦ ਦੇ ਨਾਲ, ਤੇ ਉਹਦਾ ਵੀ ਦਿਲ ਕਰਿਆ ਕਰੇ ਮੈਂ ਵੀ ਮਸਲੀਆਂ ਦੇ ਨਾਲ ਜਾਵਾਂ। ਹਾਂ ਦਿਲ ਕਰਦਾ ਕੁਦਰਤ ਲਈ ਹੈ ਵੀ ਉਹ ਛੋਟਾ ਸੀਗਾ ਤੇ ਉਹਨਾਂ ਨੇ ਨਾ ਗੋਦੀ 'ਚ ਫੜਨਾ, ਅਸੀਂ ਘਮੇਰੀ ਜੀ ਦੇਖ ਕੇ ਆਪਣੀ ਚਾਚੀ ਨੂੰ ਫੜਾ ਦੇਣਾ ਵੀ ਚਾਚੀ ਦਾ ਖਿਆਲ ਰੱਖੀ, ਆਪ ਚਲੇ ਜਾ। ਠੀਕ ਉਸ ਤੋਂ ਬਾਅਦ ਕੁਦਰਤ ਲਈ ਐਸਾ ਬਣਿਆ ਜੀ, ਜਿਸ ਵਕਤ ਵਾਲਦ ਉਹ ਪੜਾਣਾ ਬੱਚੇ ਬੜਿਆਂ ਦਾ ਸੋਚ 'ਚ ਪੈ ਗਿਆ ਵੀ ਗੱਲ ਇਹ ਆ ਵੀ ਭਾਈ ਤਾਂ ਹੋ ਗਿਆ ਫੌਤ, ਇਹ ਕੱਲਮ ਕੱਲਾ ਬੱਚਾ, ਸਹੀ ਬਾਤ ਇਹ 4 ਸਾਲ ਦਾ ਹੋ ਗਿਆ, ਕੱਲ ਨੂੰ ਹੋਰ ਬੜਾ ਹੋਏਗਾ, ਜ਼ਮੀਨ ਵੀ ਦੇਖੇਗਾ, ਇਹਨੂੰ ਪਤਾ ਹੋਊਗਾ ਇਹ ਹਿੱਸਾ ਤਾਂ ਜਾਣਾ। ਬਿਲਕੁਲ। ਉਹਨੇ ਜੀ ਆਪਣੇ ਬੱਚਿਆਂ ਨਾਲ ਸਲਾਹ ਕਰੀ, ਬੱਚੇ ਉਸਦੇ ਹੋ ਗਏ ਉਸ ਟਾਈਮ ਤਕਰੀਬਨ ਕੋਈ 10 15 ਸਾਲ ਕਿ ਤਕੜੇ ਹੋ ਗਏ ਹਾਂ ਪਠੀਰ ਜੇ ਸਰਦੀਆਂ ਦਾ ਮੌਸਮ ਹੈ, ਗੁੜ ਕੱਢਣ ਵਾਲਾ ਮੌਸਮ ਆ ਗਿਆ। ਅੱਛਾ ਉਹ ਕੁਝ 6 ਸਾਲ ਦਾ ਹੋ ਗਿਆ ਮੁੰਡਾ, ਉਹ ਵੀ ਹੁਣ ਜਾਣ ਲੱਗ ਗਿਆ। ਮਸਲ ਵੀ ਆਪਣੇ ਜਿਵੇਂ ਨਾ ਲੁਕੋ ਕੇ ਲਿਜਾਂਦੇ ਸੀ, ਨਹੀਂ ਤਾਂ ਮਾਂ ਨਹੀਂ ਉਹਨਾਂ ਦੀ ਜਾਣ ਦਿੰਦੀ। ਮਾਫ ਕਰਨਾ ਜੇ ਗੋਡਾ ਹੇਠਾਂ ਕਰ ਲਵੇ ਕੋਈ ਅੱਛਾ ਹਰਜ ਤਾਂ ਨਹੀਂ ਹਰੀ ਤਾਂ ਨਹੀਂ ਪੰਗਾ ਲੈਣ ਤੋਂ ਬਗੈਰ। ਇਹ ਸੋਹਣਾ ਲੱਗੇਗਾ ਅੱਛਾ ਜੀ। ਅੱਛਾ ਅਖੀਰ ਜੀ ਉਹਨਾਂ ਨੇ ਕੀ ਕਰਿਆ, ਬੱਚੇ ਨੂੰ ਬਿਠਾਇਆ ਕਰਨ, ਜਿਵੇਂ ਆਪਣੇ ਪੁਲੀ ਆ, ਹਾਂ ਪੁਲੀ ਤੱਕ ਝੂਟਾ ਗੱਡੇ ਤੇ ਦੇ ਕੇ ਵਾਪਸੀ ਮੁੰਡਾ ਉਹਨੂੰ ਆਪਣੀ ਚਾਚੀ ਕੋ ਛੱਡ ਕੇ ਮੁਰੱਬੇ ਚਲੇ ਜਾਏ। ਮਾਂ ਨੂੰ ਖਤਰਾ ਹੋਵੇ ਵੀ ਨਾ, ਮਾਂ ਨੂੰ ਖਤਰਾ ਕੋਈ ਨਹੀਂ ਸੀ ਨਾ, ਮਾਂ ਨੂੰ ਖਤਰਾ ਨਹੀਂ ਸੀ, ਉਹਨਾਂ ਦੇ ਸਿਰਫ ਇਹ ਵੀ ਉਹ ਕੱਲਮ ਕੱਲੇ ਕਰਕੇ ਜ਼ਿਆਦਾ ਮੁਹੱਬਤ ਚਾਹਤ ਸੀ। ਅੱਛਾ ਹਾਂ ਤੇ ਉਹ 2 ਜਣੇ ਸੀਗੇ ਤੇ ਉਹਨੂੰ ਮਸਲ ਮੁਰੱਬੇ ਜਾਣ ਵਾਲੀ ਗੱਲ ਵੀ, ਛੋਟਾ ਬੱਚਾ ਵੀ ਪਿਸ਼ਾਬ ਕਰ ਦੇਗਾ ਜਾਂ ਰੋਣ ਲੱਗ ਜਾਏਗਾ, ਡਰ ਜਾਏਗਾ, ਤੇ ਇਸ ਵਜ੍ਹਾ ਤੂੰ ਮਸਲ ਜਾਣ ਨਹੀਂ ਦਿੰਦੇ ਜਦੋਂ ਹੋਰ ਵੱਡਾ ਹੋ ਜਾਵੇ। ਇਤਨਾ ਜੀ ਉਹਨਾਂ ਦੇ ਬਦਨੀਤੀ ਆ ਗਈ। ਬਦਨੀਤੀ ਆਣ ਤੋਂ ਉਹਨਾਂ ਨੇ ਕੀ ਕਰਿਆ, ਗੁੜ ਛੁੜ ਕੱਢ ਰਹੇ ਸੀਗੇ, ਰੋਜ਼ ਉਹ ਝੂਟਾ ਦਵਾ ਕੇ ਚਾਚੀ ਨੂੰ ਫੜਾ ਦਿਆ ਕਰਦੇ ਸੀ। ਅੱਛਾ ਉਸ ਦਿਨ ਦਾ ਲੱਗ ਗਿਆ ਉਹਨਾਂ ਦਾ, ਚਾਚੀ ਘਰ ਦਾ ਕੰਮ ਕਰ ਰਹੀ ਸੀ ਜਾਂ ਦੁੱਧ ਰਿੜਕ ਰਹੀ ਸੀ, ਉਹ ਕਿਸੇ ਘਰ ਦੇ ਕੰਮ 'ਚ ਲੱਗੀ ਹੋਈ ਸੀ, ਹਾਂ ਮਸਰੂਫ ਉਹ ਜੀ ਆਪਣਾ ਨਾ, ਉਹਨੂੰ ਤੇ ਇਹੀ ਸੀ ਨਾ ਵੀ ਮੇਰੇ ਭਤੀਜੇ ਮੇਰਾ ਜੇਠ ਲੈ ਕੇ ਚੱਕਰੀ ਮਾਰ ਕੇ ਮੈਨੂੰ ਫੜਾ ਜਾਣਗੇ। ਉਸ ਦਿਨ ਉਹਨੇ ਛੱਡਿਆ ਕੋਨੇ ਨਾਲ ਹੀ ਲੈ ਗਏ। ਅੱਛਾ ਹਟ ਗਏ ਜੀ, ਕੀ ਕਰਾਂ ਉਹ ਤੇ ਜਾਂਦੇ ਅੱਗ ਉਗਬਾਲੀ ਚੁੱਭੇ ਜਿਹਦਾ ਟੈਟੋ ਟੈਟ ਪੱਤ ਲੱਥੜ, ਤੇ ਉਸ ਤੋਂ ਬਾਅਦ ਕੜਾਇਆ ਚੱਕ ਕੇ ਕਰਿਆ ਤੇ ਵਿੱਚ ਸਿੱਟਿਆ ਬੱਚੇ। ਜਦੋਂ ਪੱਤ ਫਟ ਕੇ ਪਈ ਹੋਈ ਸੀ ਆਹੋ ਮਤਲਬ ਜਦੋਂ ਪੱਤ ਪੱਕ ਗਈ ਨਾ, ਤਿਆਰ ਹੋ ਗਈ ਥੱਲੇ, ਤਾਂ ਫਿਰ ਅੱਗ ਦਾ ਮੱਛ ਬਣ ਗਿਆ ਨਾ। ਉਹਨਾਂ ਨੇ ਪੱਤ ਆਪਣੀ ਲਾ ਲਈ, ਉਸ ਤੋਂ ਬਾਅਦ ਜੀ ਆਪਣਾ ਨਾ ਕੜਾਇਆ ਸਾਈਡ ਤੇ ਕਰਕੇ ਬੱਚੇ ਅੱਗ ਸਿੱਟ ਚੁੱਭੇ 'ਚ ਗਿਆ। ਉਸ ਤੋਂ ਬਾਅਦ ਜੀ ਉੱਤੇ ਕੜਾਇਆ ਰੱਖ ਤੇ ਆਪਣਾ ਗੁੜ ਛੁੜ ਬਣਾਇਆ। ਦੁਬਾਰਾ ਫੇਰ ਅੱਗ ਲੱਗ ਗਈ, ਨਵਾਂ ਮਕਸਦ ਗੁੜ ਬਣਨਾ ਸ਼ੁਰੂ ਹੋ ਗਿਆ, ਬੱਚੇ ਵਿੱਚ ਹੀ ਸਾੜ। ਅੱਛਾ ਸ਼ਾਮ ਨੂੰ ਜੀ ਆਏ ਉਹ ਘਰ, ਭਰਜਾਈ ਹੁਣ ਦਰਵਾਜ਼ੇ 'ਚ ਡੀਕ ਰਹੀ ਵੀ, ਲੱਗਦਾ ਵੀ ਅੱਜ ਭਰਾ ਮੇਰਾ ਨਾ ਜੇਠ ਭਤੀਜੇ ਸ਼ਾਇਦ ਨਾਲ ਹੀ ਨਾ ਲੈ ਕੇ। ਹੁਣ ਕਿਹੜਾ ਟੈਲੀਫੋਨ ਦਾ ਦੌਰ ਸੀ, ਪੁਰਾਣੀ ਗੱਲਾਂ ਭਲੇ ਵਕਤ ਦੀਆਂ। ਉਸ ਤੋਂ ਬਾਅਦ ਜੀ ਉੱਥੋਂ ਜੀ ਵਾਪਸ ਜਦੋਂ ਆ ਗਿਆ ਤਾਂ ਜੇਠ ਵੀ ਤੇ ਭਤਰੀਏ ਵੀ, ਉਹਨੇ ਜੀ ਆ ਕੇ ਆਉਂਦੇ ਸਾਰੀ ਨਾ ਉਹਨੇ ਕਿਹਾ ਵੀ ਬੀਬੀ ਤੂੰ ਇੱਥੇ ਹੀ ਬਾਹਰ ਹੀ। ਉਹਨੇ ਕਿਹਾ ਮੇਰਾ ਤੁਹਾਡਾ ਭਤੀਜਾ ਮਸਲ ਪੁੱਤਰ ਮੇਰਾ ਬੇਟਾ, ਤੇ ਉਹ ਮੈਨੂੰ ਨਾ ਸੁਬਾਹ ਦਾ ਨਜ਼ਰ ਨਹੀਂ ਆਇਆ ਜਦੋਂ ਮੈਂ ਕੰਮ ਕਰਕੇ ਹਟੀ, ਕੰਮਕਾਰ ਕਰਕੇ, ਤੇ ਉਸ ਤੋਂ ਬਾਅਦ ਤਾਂ ਨਜ਼ਰ ਨਹੀਂ ਆਇਆ। ਮੈਂ ਆਂਦੀ ਗੁਆਂਢੀਆਂ ਲਈ ਪੁੱਛਿਆ ਵੀ ਕੋਈ ਨਹੀਂ ਹੈ। ਕੁਦਰਤ ਲਈ ਜੀ ਉਹਨਾਂ ਨੇ ਹੁਣ ਪਤਾ ਤਾਂ ਹੈ ਸੀ, ਉਹਨਾਂ ਨੇ ਕਿਹਾ ਅੱਛਾ, ਉਹਨੇ ਕਿਹਾ ਮੁੰਡਿਆਂ ਨੂੰ ਪਕਾ ਜਾ, ਮੁੰਡਿਓ ਲੱਭੋ ਜਰਾ। ਉਹ ਜੀ ਇਹੀ ਗਲੀ ਜਾ, ਇੱਧਰ ਗਲੀ ਜਾ, ਜੇ ਹੋਵੇ ਤਾਂ ਲੱਭੇ। ਫਾਰਮੈਲਿਟੀ ਪੂਰੀ ਕਰੀ, ਐਲਾਨ ਕਰਾਤਾ ਜੀ ਮਸਜਿਦ ਵਿੱਚ, ਫਲਾਂ ਬਿਨ ਫਲਾਂ ਦਾ ਜੀ ਇਸ ਤਰ੍ਹਾਂ ਕਰਕੇ ਬੱਚਾ ਜੀ ਗੁੰਮ ਹੋ ਗਿਆ।
ਕਿਸੇ ਨੂੰ ਪਤਾ ਹੋਵੇ ਕਿਸੇ ਦੇ ਘਰ ਹੋਵੇ ਤੇ ਉਹ ਘਰ ਵਾਲੇ ਬੜੇ ਪਰੇਸ਼ਾਨ ਆ ਤੇ ਜਿਹਨੂੰ ਇਤਲਾਹ ਦੇਣ ਅਖੀਰ ਜੀ ਪੱਠੇ ਲਾਏ ਕੁਤਰਨ ਲੱਗ ਗਏ। ਇਤਨਾ ਸੋਚੀ ਬੰਦੇ ਚਾਰ ਇਧਰੋਂ ਆ ਗਏ ਇਧਰੋਂ ਆ ਪੁੱਛਣ ਲੱਗੇ ਹਾਂ ਵੀ ਕੀ ਬਣਿਆ ਕੀ ਨਿਕਲਣ ਲੱਗੇ ਯਾਰ ਇਸ ਤਰ੍ਹਾਂ ਅੱਗੇ ਅਸੀਂ ਰੋਜ਼ ਉੱਥੋਂ ਗੇੜਾ ਮਰਾ ਕੇ ਆਪਣਾ ਨੂੰ ਘਰ ਛੱਡ ਜਾਂਦੇ ਸੀ। ਅੱਜ ਉਹ ਨਿਕਲੇ ਹੀ ਨਹੀਂ। ਜਿਸ ਟਾਈਮ ਅਸੀਂ ਗਏ ਅਸੀਂ ਸਿੱਧੇ ਹੀ ਨਿਕਲ ਗਏ। ਵਾਪਸੀ ਆਏ ਤਾਂ ਬੱਚਾ ਯਾਰ ਸਾਡਾ ਗੁੰਮ ਹੋ ਗਿਆ। ਅੱਛਾ ਕੁਦਰਤ ਲਈ ਉਹਨਾਂ ਨੂੰ ਰਸਤੇ 'ਚ ਕਿਸੇ ਨੇ ਦੇਖਿਆ ਵੀ ਨਹੀਂ। ਜਾਣਾ ਮੂੰਹ ਹਨੇਰੇ 'ਚ ਜਾਂਦੇ ਸੀ ਸਾਜਰੇ। ਅਖੀਰ ਜੀ ਉਮਰਾਂ ਗੁਜ਼ਰ ਗਈਆਂ ਜੀ। ਗੁਜ਼ਰਨ ਤੋਂ ਬਾਅਦ ਬੱਚੇ ਉਹਦੇ ਜਵਾਨ ਹੋ ਗਏ। ਜਵਾਨ ਹੋ ਕੇ ਜੀ ਇੱਕ ਫੌਜ 'ਚ ਆਰਮੀ 'ਚ ਲੱਗ ਗਿਆ। ਇਹ ਉਹ ਵਿਚਾਰੀ ਜਿਹੜੀ ਆਪਣਾ ਨਾ ਭਰਜਾਈ ਉਸਦੀ ਨੇ ਮਿੱਟੀ ਆਪਣੇ ਵਾਲਾਂ 'ਚ ਪਾ ਲਈ ਤੇ ਜਿਹਦਾ ਬੱਚਾ ਸਾੜਿਆ ਸੀ। ਕੰਬਲੀ ਜੀ ਹੋ ਗਈ ਤੇ ਆਪਣਾ ਬੈਠੀ। ਅੱਛਾ ਹਰ ਵਕਤ ਸੋਚ ਬੱਚੇ ਦੇ ਖਿਆਲਾਂ ਚ ਹਰ ਵਕਤ ਜੀ ਲੰਗੇ ਟੱਪੇ ਕੋਈ ਬੰਦਾ ਵੀ ਤੇ ਪੱਲਾ ਚੱਕ ਕੇ ਕਵੇ ਵੀ ਯਾ ਅੱਲਾ ਇਨਸਾਫ ਕਰੇ। ਵਾਹ। ਉਸ ਤੋਂ ਬਾਅਦ ਜੀ ਦੂਸਰਾ ਬੇਟਾ ਉਹਦਾ ਮਾਸਟਰ ਲੱਗ ਗਿਆ। ਉਹ ਜੀ ਦੋਵੇਂ ਮੁਲਾਜ਼ਮ ਲੱਗ ਗਏ। ਉਹ ਮਕਸਦ ਦੋ ਮੁਰੱਬਿਆਂ ਦੀ ਇਕੱਲੇ ਹੀ ਵਾਹੀ ਖਾਣ ਵਾਲੀ ਗੱਲ ਇੱਕ ਭਰਜਾਈ ਦੇ ਹੀ ਟੁੰਡ ਸੀ। ਸਹੀ ਬਾਤ। ਉਸ ਤੋਂ ਬਾਅਦ ਜੀ ਹੋਰ ਰੰਗ ਲੱਗ ਗਏ। ਜਦੋਂ ਨੌਕਰੀਆਂ ਸਰਕਾਰੀ ਲੱਗ ਗਈਆਂ ਉਹ ਜੀ ਆਪਣਾ ਅੱਗੇ ਨਾਲੋਂ ਬਿਹਤਰ। ਉਸ ਤੋਂ ਬਾਅਦ ਕੁਦਰਤ ਲਈ ਐਸਾ ਹੋਇਆ ਅੱਲਾਹ ਪਾਕ ਨੇ ਫਿਰ ਇਨਸਾਫ ਜਦੋਂ ਮਾਈ ਮੰਗ ਰਹੀ ਸੀ ਉਹਨਾਂ ਨੇ ਮਸਲ ਵੀ ਆਪਣੇ ਨਾਲ ਜ਼ਿਆਦਤੀ ਕਰੀ। खत्म, बाय बाय, टाटा, गुड बाय, गया।